guys, today we're back with another video. In today's video we are gonna be picking today we're gonna be picking up my grandma. And yeah, let's go. Subscribe, like, pause the video, like and subscribe and comment, and yeah, bye guys. ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਦੀ ਵੀਡੀਓ 'ਚ ਜਿੱਦਾਂ ਤੁਹਾਨੂੰ ਗੁਰਸਾਹਿਬ ਨੇ ਦੱਸਿਆ ਕਿ ਗ੍ਰੈਂਡਮਾ ਨੂੰ ਲੈਣ ਜਾਣਾ, ਮਤਲਬ ਕਿ ਮੇਰੀ ਮੰਮੀ ਨੂੰ ਉਹ ਕੈਲਗਰੀ ਤੋਂ ਆ ਰਹੇ ਆ, ਕੈਨੇਡਾ ਤੋਂ ਹੀ ਕੈਲਗਰੀ ਤੋਂ ਆ ਰਹੇ ਆ, ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀ, ਅਤੇ ਉਹਨਾਂ ਨੂੰ ਅਸੀਂ 2 ਸਾਲ ਬਾਅਦ ਮਿਲਣਾ ਆ। ਅਤੇ ਜਿਹੜੀ ਫਲਾਈਟ ਸੀਗੀ ਉਹ 7:30 ਦੀ ਸੀਗੀ, 7:20 ਦੀ ਫਰਾਈਡੇ ਸੀ ਅਤੇ ਸ਼ਾਮ ਦੀ ਫਲਾਈਟ ਸੀ, ਅਤੇ ਇਸ ਕਰਕੇ ਅਸੀਂ ਘਰੋਂ ਛੇਤੀ ਤੁਰ ਪਏ ਸੀਗੇ 6:30 ਦੇ ਕਰੀਬ, ਤਾਂ ਕਿ ਟਾਈਮ ਨਾਲ ਪਹੁੰਚ ਜਾਈਏ, ਕਿਉਂਕਿ ਸਰੀ ਤੋਂ ਵੈਨਕੂਵਰ ਏਅਰਪੋਰਟ ਤੱਕ ਜਾਂਦੇ ਕਈ ਵਾਰ ਬਹੁਤ ਟ੍ਰੈਫਿਕ ਮਿਲਦੀ ਆ, ਅਤੇ ਇਸ ਕਰਕੇ ਅਸੀਂ ਛੇਤੀ ਤੁਰ ਪਏ ਸੀਗੇ ਘਰੋਂ। ਅਤੇ ਦੇਖੋ ਦਿਨ ਸੋਹਣਾ ਲੱਗਾ ਹੋਇਆ ਆ। ਅਤੇ ਜਿਹੜਾ ਅਸੀਂ 2 ਸਾਲ ਬਾਅਦ ਮੰਮੀ ਨੂੰ ਮਿਲਣਾ ਆ, ਅਤੇ ਗੁਰਸਾਹਿਬ ਅਤੇ ਮੈਂ ਦੋਨੋਂ ਬਹੁਤ ਐਕਸਾਈਟਡ ਆ ਕਿ ਅਸੀਂ ਨਾਨੀ ਨੂੰ ਮਿਲਣਾ ਆ। ਦੋਨੋਂ ਬਸ ਸਵੇਰ ਦੇ ਪੁੱਛੀ ਜਾਂਦੇ ਸੀਗੇ ਕਿ ਕਦੋਂ ਜਾਣਾ ਨਾਨੀ ਨੂੰ ਲੈਣ, ਕਦੋਂ। ਅਤੇ ਹੁਣ ਜਿਹੜਾ ਅਸੀਂ ਏਅਰਪੋਰਟ 'ਤੇ ਪਹੁੰਚ ਗਏ ਹਾਂ, ਲੋਕਲ ਹੀ ਫਲਾਈਟ ਸੀ ਅਤੇ ਸਾਨੂੰ ਉਤਰਨ ਦੀ ਲੋੜ ਨਹੀਂ ਸੀ, ਮੰਮੀ ਨੇ ਬਾਹਰ ਆ ਜਾਣਾ ਸੀ। ਪਰ ਕੀ ਹੋਇਆ ਕਿ ਅਸੀਂ ਏਅਰਪੋਰਟ 'ਤੇ ਪਹੁੰਚੇ, ਫ਼ੋਨ ਕੀਤਾ ਮੰਮੀ ਨੂੰ, ਫ਼ੋਨ ਮੰਮੀ ਨੇ ਚੁੱਕਿਆ, ਮੈਨੂੰ ਲੱਗਾ ਉਤਰ ਗਈ ਫਲਾਈਟ, ਆ ਰਹੇ ਹੁਣ ਬਾਹਰ, ਹੈ ਨਾ। ਅਤੇ ਮੰਮੀ ਨੇ ਜਦੋਂ ਦੱਸਿਆ, ਮੰਮੀ ਕਹਿੰਦੇ ਮੈਂ ਤਾਂ ਹਜੇ ਇੱਥੇ ਬੈਠੀ ਹਾਂ ਕੈਲਗਰੀ ਏਅਰਪੋਰਟ 'ਤੇ, ਜਦ ਕਿ ਇਸ ਟਾਈਮ ਤੱਕ ਉਹਨਾਂ ਨੇ ਇੱਥੇ ਪਹੁੰਚ ਜਾਣਾ ਸੀਗਾ। ਅਤੇ ਫਿਰ ਕੀ ਹੋਇਆ ਕਿ ਉੱਥੇ ਫਲਾਈਟ ਜਿਹੜੀ ਆ ਡਿਲੇ ਹੋ ਗਈ ਸੀਗੀ, ਉਹਨਾਂ ਨੂੰ ਪਲੇਨ ਵਿੱਚ ਬਿਠਾ ਲਿਆ, ਪਲੇਨ ਵਿੱਚ ਬਿਠਾ ਕੇ ਸਾਰਾ ਕੁਝ ਹੋ ਗਿਆ ਅਤੇ ਬਾਅਦ ਵਿੱਚ ਉਤਾਰ ਲਿਆ। ਕਿਉਂ ਕਹਿੰਦੇ ਪਹਿਲਾਂ ਵੈਦਰ ਕਰਕੇ ਕੋਈ ਉਹਨਾਂ ਨੇ ਡਿਲੇ ਕੀਤਾ ਥੋੜ੍ਹੀ ਦੇਰ, ਫਿਰ ਉੱਥੇ ਵੈਦਰ ਖਰਾਬ ਸੀ, ਰੇਨ ਤੂਫਾਨ ਆਇਆ ਹੋਇਆ ਸੀਗਾ, ਅਤੇ ਫਿਰ ਮੁੜ ਕੇ ਉਹਨਾਂ ਨੇ ਪਲੇਨ 'ਚੋਂ ਵਾਪਸ ਇਸ ਲਈ ਉਤਾਰ ਲਿਆ ਕਿ ਜਦੋਂ ਦੁਬਾਰਾ ਉਹਨਾਂ ਨੇ ਕਰਨਾ ਸੀਗਾ, ਤੁਰਨਾ ਸੀਗਾ ਪਲੇਨ ਨੇ, ਅਤੇ ਉਹਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਆ ਗਈ, ਅਤੇ ਫਿਰ ਉਹਨਾਂ ਨੇ ਇਹ ਕਹਿ ਕੇ ਸਾਰੇ ਪੈਸੇਂਜਰਸ ਨੂੰ ਵਾਪਸ ਉਤਾਰ ਲਿਆ। ਏਅਰਪੋਰਟ 'ਤੇ ਬੈਠੇ ਸੀਗੇ ਜਦੋਂ ਗੱਲ ਹੋਈ, ਅਤੇ ਮੰਮੀ ਕਹਿੰਦੇ ਹੁਣ ਪਤਾ ਨਹੀਂ ਕਿ ਮੰਮੀ ਨੂੰ ਫਿਰ ਇੰਗਲਿਸ਼ ਨਹੀਂ ਆਉਂਦੀ, ਅਤੇ ਫਿਰ ਮੰਮੀ ਨੇ ਉੱਥੇ ਮੇਰੀ ਗੱਲ ਕਰਵਾਈ ਕਿਸੇ ਲੇਡੀ ਨਾਲ ਕਾਊਂਟਰ 'ਤੇ, ਉਹਨੇ ਮੈਨੂੰ ਸਾਰਾ ਕੁਝ ਦੱਸਿਆ ਕਿ ਇੱਦਾਂ ਦਾ ਹੋਇਆ, ਕਿਉਂਕਿ ਮੰਮੀ ਉੱਥੇ ਬੈਠੇ ਸੀ, ਮੰਮੀ ਨੂੰ ਕੁਛ ਨਹੀਂ ਸੀ ਪਤਾ ਕਿ ਕੀ ਹੋਇਆ, ਕਿਉਂ ਪਲੇਨ ਤੋਂ ਉਤਾਰ ਲਿਆ, ਹੈ ਨਾ। ਫਿਰ ਅਸੀਂ ਇੱਥੇ ਬੈਠੇ ਸੀਗੇ, ਫਿਰ ਅਸੀਂ ਕੀ ਕੀਤਾ ਇੱਥੋਂ, ਕਿਉਂਕਿ ਇੱਥੇ ਰੁਕ ਨਹੀਂ ਸਕਦੇ ਜ਼ਿਆਦਾ ਟਾਈਮ, ਫਿਰ ਅਸੀਂ ਵਾਪਸ ਇੱਕ ਗੈਸ ਸਟੇਸ਼ਨ 'ਤੇ ਚਲੇ ਗਏ, ਉੱਥੇ ਜਾ ਕੇ ਬਹਿ ਗਏ ਕਿ ਦੇਖਦੇ ਹੁਣ ਕਿੱਦਾਂ ਹੁੰਦੀ ਆ ਨਾ। ਜਦੋਂ ਫਿਰ ਉਹਨਾਂ ਨਾਲ ਗੱਲ ਕੀਤੀ, ਉਹ ਲੇਡੀ ਕਹਿੰਦੀ ਕਿ ਪਤਾ ਨਹੀਂ ਵੀ ਕਿੰਨਾ ਟਾਈਮ ਲੱਗੂਗਾ, ਹਜੇ ਕੁਛ ਨਹੀਂ ਪਤਾ, ਕਿ ਸਾਨੂੰ ਵੀ ਹਜੇ ਕੁਛ ਨਹੀਂ ਪਤਾ ਹੈਗਾ ਕਾਊਂਟਰ 'ਤੇ, ਵੀ ਔਨਲਾਈਨ ਅਪਡੇਟ ਕਰੂਗੇ ਉਹ। ਅਤੇ ਫਿਰ ਮੈਂ ਔਨਲਾਈਨ ਜਿਹੜੀ ਫਿਰ ਈਮੇਲ 'ਤੇ ਉਹਨਾਂ ਦੀ ਸੈਟਅਪ ਕਰ ਲਈ, ਫਿਰ ਉਹਦੇ 'ਤੇ ਆ ਗਿਆ ਕਿ ਇੰਨੇ ਘੰਟੇ ਡਿਲੇ ਆ। 1 ਘੰਟੇ ਦੀ ਫਲਾਈਟ ਸੀ ਜਿਹੜੀ ਕਿ 4-5 ਘੰਟੇ ਡਿਲੇ ਹੋਈ, ਜਦ ਕਿ ਡਿਊਰੇਸ਼ਨ ਸਿਰਫ 1-1.5 ਘੰਟੇ ਦਾ ਸੀਗਾ। ਉੱਥੋਂ ਉਹਨਾਂ ਨੇ 1-1.5 ਘੰਟੇ 'ਚ ਇੱਥੇ ਆ ਜਾਣਾ ਸੀਗਾ, ਪਰ 4-5 ਘੰਟੇ ਡਿਲੇ ਹੋਇਆ ਫਲਾਈਟ। ਅਤੇ ਅਸੀਂ ਫਿਰ ਬੱਚੇ ਇੰਨਾ ਚਿਰ ਨਹੀਂ ਪੈਂਦੇ ਹੈ ਨਾ, ਅਤੇ ਫਿਰ ਅਸੀਂ ਵਾਪਸ 1 ਘੰਟਾ ਅਸੀਂ ਬੈਠੇ ਰਹੇ ਉਸ ਗੈਸ ਸਟੇਸ਼ਨ 'ਤੇ, ਫਿਰ ਅਸੀਂ ਘਰ ਵਾਪਸ ਆ ਗਏ। Now that the entire time I was watching, I was really
did you guys like his dance? Was it worth it? I don't know. Was it? Okay, so now we're at the airport. Now we're just gonna wait for like 15 to maybe 20 minutes, and then she's gonna go. I'm so excited. So a new show is happening now. Are you excited? Yes. Guys, comment down below if you ever seen my grandma. Yes. They've never. Yeah, we never only. So why are you asking them? Only sometimes. So I guess now he's gonna be doing everything in slow-mo. I don't know for how long, but he's doing everything in slow-mo. Look at this slow-mo motion. Turn towards that. In slow motion. What are you doing? Did rejected. Little bit mad. Is Little bit. behind us? Yeah, Absolutely there's no not that many people. I should just wait. Okay. Not in slow-mo. Yeah. Let's go. ਹੁਣ ਅਸੀਂ ਫਿਰ ਰਾਤ ਨੂੰ ਜਿਹੜਾ 11:30 ਦੇ ਕਰੀਬ 11 ਵਜੇ ਦੇ ਕਰੀਬ ਅਸੀਂ ਘਰੋਂ ਤੁਰੇ ਹਾਂ, ਕਿਉਂਕਿ ਈਮੇਲ ਆ ਗਈ ਸੀ। ਪਹਿਲਾਂ ਈਮੇਲ ਆਈ ਕਿ 9:30 ਫਲਾਈਟ ਉਤਰਨੀ ਆ, ਫਿਰ ਈਮੇਲ ਆ ਗਈ 10 ਵਜੇ ਉਤਰਨੀ ਆ, ਫਿਰ ਈਮੇਲ ਆ ਗਈ 10:30, ਫਿਰ ਫਾਈਨਲ ਈਮੇਲ ਜਿਹੜੀ ਆਈ ਉਹ ਆਈ ਕਿ 11:30 ਫਲਾਈਟ 11:15 11:30 ਉਤਰ ਜਾਣੀ ਆ। ਅਤੇ ਫਿਰ ਉਸ ਤੋਂ ਬਾਅਦ 'ਚ 15-20 ਮਿੰਟ ਕੋਈ ਈਮੇਲ ਨਹੀਂ ਆਈ, ਅਤੇ ਫਿਰ ਅਸੀਂ ਘਰੋਂ ਤੁਰ ਪਏ ਸੀਗੇ। ਅਤੇ ਤੁਸੀਂ ਦੇਖੋ ਸ਼ਾਮ ਨੂੰ 7 ਵਜੇ ਜਿਹੜੀ ਫਲਾਈਟ ਆਉਣੀ ਸੀਗੀ ਉਹ ਰਾਤ ਨੂੰ 11:30 ਆਈ ਹੈ ਨਾ। ਅਤੇ ਇੰਨੇ ਘੰਟੇ ਇੰਨੀ ਤਾਂ ਲੇਟ ਮੈਨੂੰ ਲੱਗਦਾ ਇੰਡੀਆ ਬੱਸ ਨਹੀਂ ਹੁੰਦੀ ਜਿੰਨੀ ਇੱਥੇ ਫਲਾਈਟ ਲੇਟ ਹੋ ਗਈ। ਅਤੇ ਉੱਪਰੋਂ ਦੇਖੋ ਇੱਕ ਸਿਆਣਾ ਬੰਦਾ ਕਿੰਨਾ ਪਰੇਸ਼ਾਨ ਹੁੰਦਾ ਜਿਹਨੂੰ ਕਿ ਨਾ ਲੈਂਗੁਏਜ ਆਉਂਦੀ ਨਾ ਸਮਝ ਆਉਂਦੀ ਹੈ ਨਾ, ਅਤੇ ਉਹਦੇ ਲਈ ਕਿੰਨਾ ਔਖਾ ਇੰਨੇ ਘੰਟੇ ਉੱਥੇ ਏਅਰਪੋਰਟ 'ਤੇ ਬੈਠਣਾ। ਮੰਮੀ ਇੰਨੇ ਘੰਟੇ ਉੱਥੇ ਬੈਠੇ ਰਹੇ ਏਅਰਪੋਰਟ 'ਤੇ, ਨਾ ਕੁਛ ਮਾੜਾ ਮੋਟਾ ਪਾਣੀ ਵਗੈਰਾ ਉੱਥੋਂ ਲੈ ਲਿਆ ਹੈ ਨਾ, ਇੰਨਾ ਕੁ ਚਲੋ ਕਰ ਲਿਆ, ਪਰ ਬਹੁਤ ਪਰੇਸ਼ਾਨ ਹੋਏ, ਬਹੁਤ ਜ਼ਿਆਦਾ ਪਰੇਸ਼ਾਨ ਹੋਏ। ਜੇ ਆਪਾਂ ਵਰਗੇ ਯੰਗ ਹੋਣ ਤਾਂ ਟਾਈਮ ਪਾਸ ਹੋ ਜਾਂਦਾ, ਸਿਆਣੇ ਬੰਦੇ ਲਈ ਔਖਾ ਇੰਨੇ ਘੰਟੇ ਬਹਿਣਾ ਏਅਰਪੋਰਟ 'ਤੇ। ਫਿਰ ਮੰਮੀ ਨੇ ਦੱਸਿਆ ਸਾਨੂੰ ਕਿ ਇੰਨੀ ਭੁੱਖ ਲੱਗੀ ਹੋਈ ਸੀ ਕਿ ਮੰਮੀ ਨੇ ਫਿਰ ਵਾਟਰ ਲਿਆ ਉੱਥੋਂ ਇੱਕ ਸ਼ੌਪ ਤੋਂ ਏਅਰਪੋਰਟ ਦੇ ਅੰਦਰ ਹੀ, ਅਤੇ ਇੱਕ ਜੂਸ ਦੀ ਬੋਟਲ ਲਈ ਅਤੇ ਚਿਪਸ ਲਏ, ਕਿਉਂਕਿ ਮੰਮੀ ਨੂੰ ਔਡਰ ਨਹੀਂ ਕਰਨਾ ਆਉਂਦਾ ਸੀਗਾ, ਅਤੇ ਕਿਉਂਕਿ ਵੈਜੀਟੇਰੀਅਨ ਆ ਹੈ ਨਾ, ਅਤੇ ਫਿਰ ਵੈਜੀਟੇਰੀਅਨ ਨੂੰ ਬਹੁਤ ਕੁਛ ਦੇਖਣਾ ਪੈਂਦਾ ਆ। ਅਤੇ ਫਿਰ ਮੰਮੀ ਨੇ ਇਹ 3 ਚੀਜ਼ਾਂ ਲਈਆਂ, ਕਹਿੰਦੇ ਉਹ ਹੀ ਬੈਠੇ ਖਾਧਾ। ਅਤੇ ਇੱਕ ਕਹਿੰਦੇ ਸਟੂਡੈਂਟ ਸੀਗੇ, ਕੋਈ ਬੱਚੇ ਸੀਗੇ ਯੰਗ ਹੈ ਨਾ, ਅਤੇ ਉਹ ਪੰਜਾਬੀ ਬੋਲਦੇ ਸੀਗੇ, ਪਰ ਉਹ ਵੀ ਕਿੱਥੇ ਬੱਚੇ ਕਿੱਥੇ ਬਹਿੰਦੇ ਆ ਬਜ਼ੁਰਗ ਦੇ ਨਾਲ। ਇੱਕ ਥੋੜ੍ਹੀ ਜਿਹੀ ਹੈਲਪ ਕੀਤੀ ਉਹਨਾਂ ਨੇ, ਉਹ ਵੀ ਚਲੇ ਗਏ ਏਅਰਪੋਰਟ ਵੱਲ ਦੂਸਰੀ ਸਾਈਡ ਘੁੰਮਣ। ਜਦੋਂ ਪਤਾ ਲੱਗ ਗਿਆ ਇੰਨੇ ਵਜੇ ਤੱਕ ਡਿਲੇ ਆ, ਅਤੇ ਮੰਮੀ ਕਹਿੰਦੇ ਮੈਂ ਤਾਂ ਇੱਥੇ ਮੰਮੀ ਕਹਿੰਦੇ ਮੈਂ ਤਾਂ ਡਰਦੀ ਉੱਥੇ ਹੀ ਬੈਠੀ ਰਹੀ ਕਾਊਂਟਰ ਦੇ ਸਾਹਮਣੇ, ਕਿਉਂਕਿ ਫਿਰ ਉਹ ਜਿਹੜੀ ਮਿਸ ਸੀਗੀ ਉਹਨੂੰ ਮੈਂ ਦੱਸ ਦਿੱਤਾ ਸੀਗਾ ਕਿ ਇਹਨਾਂ ਨੂੰ ਜਦੋਂ ਵੀ ਹੋਵੇ ਅਤੇ ਫਿਰ ਇਹਨਾਂ ਨੂੰ ਆਪ ਤੁਸੀਂ ਹੈਲਪ ਕਰ ਦਿਓ ਹੈ ਨਾ। ਅਤੇ ਉੱਥੇ ਫਿਰ ਮੰਮੀ ਕਹਿੰਦੇ ਮੈਂ ਤਾਂ ਉੱਥੇ ਬੈਠੀ ਰਹੀ, ਕਿਤੇ ਹੋਰ ਨਾ ਮੈਂ ਰਹਿ ਹੀ ਜਾਵਾਂ। ਹਨੇਰੇ ਵਿੱਚ ਕੁਝ ਦਿਸਣਾ ਹੀ ਨਹੀਂ, ਅਸੀਂ ਵੀਡੀਓ ਬਣਾਉਂਦੇ ਸੀ। ਕਾਦੀ ਬਣਾਉਣ ਦੀ। ਅੱਛਾ, ਹਨੇਰਾ ਆਇਆ। ਹਾਂ ਹੁਣ ਅਸੀਂ ਮੰਮੀ ਨੂੰ ਪਿਕਅਪ ਕਰ ਲਿਆ ਆ, ਅਤੇ ਹੁਣ ਅਸੀਂ ਘਰ ਨੂੰ ਜਾਂਦੇ ਪਏ ਆ, ਅਤੇ ਬੱਚੇ ਬਹੁਤ ਖੁਸ਼ ਸੀਗੇ। ਅਤੇ ਫਿਰ ਅਸੀਂ ਘਰ ਆਈ ਥਿੰਕ ਉਸ ਦਿਨ ਸੁੱਤੇ ਹੋਣੇ ਆ, ਰਾਤ ਨੂੰ 2 ਵੱਜ ਗਏ ਸਾਨੂੰ ਸੌਂਦਿਆਂ। ਅਤੇ ਫਿਰ ਮਹਿਕ ਲਈ ਮੇਰੀ ਸਿਸਟਰ ਇਨ ਲਾਅ ਨੇ
ਮੈਕ ਦੀ ਮਾਮੀ ਨੇ ਉਹਦੇ ਲਈ ਭੇਜਿਆ ਸੀ ਇਹਦੇ ਲਈ, ਤੇ ਮੇਰੀ ਸਿਸਟਰ ਦੀਆਂ ਬੇਟੀਆਂ ਵੀ ਇੱਥੇ, ਉਹਨਾਂ ਲਈ ਬ੍ਰੈਸਲੇਟ, ਫਿਰ ਉਹ ਮੈਕ ਨੇ ਦੇਖੇ। ਤੇ ਗੁਰਸਾਹਿਬ ਲਈ ਕੱਪੜੇ ਸੀਗੇ ਉਹ ਤਾਂ ਦਿਖਾਉਣਾ ਸੀ ਭੁੱਲ ਗਏ, ਤੇ ਮੈਕ ਨੇ ਫਿਰ ਉਦੋਂ ਹੀ ਮੰਮੀ ਨੇ ਕੱਢ ਕੇ ਦਿੱਤਾ, ਤੇ ਫਿਰ ਇਹਨੇ ਖੋਲ੍ਹ ਕੇ ਦੇਖਿਆ, ਬਹੁਤ ਸੋਹਣਾ ਬ੍ਰੈਸਲੇਟ ਸੀਗਾ ਇਹਦੇ ਲਈ ਵੀ ਤੇ ਦੂਸਰੀਆਂ ਦੋਨੋਂ ਲਈ ਵੀ। If you guys liked our video, please like, subscribe, and turn on post notifications. Bye guys.